शिवा पर मोहे है, शुभ कर्मन ते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 490 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ 491 ਨੰਬਰ ਲੈ ਕੇ ਫਿਰ ਤੋਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਸਾਰ ਭਰ ਦੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜਿੱਥੇ ਜਿੱਥੇ ਵੀ ਬੈਠੇ ਤੁਸੀਂ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਹੋ, ਪਸੰਦ ਕਰਦੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਦਿੰਦੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡ ਵਿੱਚ ਵੀ ਜੀ ਤੁਸੀਂ ਸੰਗਤਾਂ ਨਾਲ ਸਾਂਝ ਪਾਈ ਕਿ ਸਤਿਗੁਰੂ ਜੀ ਦਾ ਜਿਹੜਾ ਸੀ ਖਦਰਾਣੇ ਵਾਲੀ ਢਾਬ ਤੇ ਸਰਹੰਦ ਦੀਆਂ ਜਿਹੜੀਆਂ ਮੁਗਲ ਫੌਜਾਂ ਆਈਆਂ ਸੀ, ਵਜ਼ੀਰ ਖਾਨ ਦੀਆਂ ਫੌਜਾਂ ਦਾ ਤੇ ਖਾਲਸਾ ਦਲ ਦਾ ਆਪਸ ਵਿੱਚ ਬਹੁਤ ਕਹਿੰਦੇ ਕਿ ਮੁਕਾਬਲਾ ਹੋਇਆ, ਯੁੱਧ ਹੋਇਆ, ਗਹਿ-ਗਚ ਯੁੱਧ ਹੋਇਆ, ਜਿਸ ਯੁੱਧ ਦੇ ਵਿੱਚ ਕਹਿ ਸਕਦੇ ਹਾਂ ਕਿ ਮੁਗਲਾਂ ਦੀ ਕਰਾਰੀ ਹਾਰ ਹੋਈ ਤੇ ਸਤਿਗੁਰੂ ਜੀ ਦੇ ਜਿਹੜੇ ਸਿੰਘ ਜੀ ਸੀ, ਸਤਿਗੁਰੂ ਜੀ ਦੀ ਜਿੱਤ ਹੋਈ। ਉਸ ਸਮੇਂ ਜਦੋਂ ਅਸੀਂ ਮੁਗਲ ਜਿਹੜੇ ਸੀ ਡਰਦੇ ਮਾਰੇ, ਜਿਹੜੇ ਕਿ ਬੱਚੇ ਸੀ ਉਹ ਪਿਛਾਂਹ ਨੂੰ ਭੱਜ ਗਏ ਤੇ ਜਿਹੜੇ ਉੱਥੇ ਮਰ ਗਏ ਸੀ ਜਾਂ ਸ਼ਹੀਦ ਹੋ ਗਏ ਸੀ ਸਿੱਖ, ਉਹਨਾਂ ਦਾ ਸਤਿਗੁਰੂ ਜੀ ਨੇ ਸੰਸਕਾਰ ਕੀਤਾ। ਜਿਹੜੇ ਮੁਗਲ ਲੜਦੇ ਮਾਰੇ ਗਏ ਸੀ, ਉਹਨਾਂ ਨੇ ਸਤਿਗੁਰੂ ਜੀ ਨੇ ਕਿਹਾ ਕਿ ਉਹਨਾਂ ਦਾ ਵੀ ਪੂਰੇ ਸਤਿਕਾਰ ਦੇ ਨਾਲ ਉਹਨਾਂ ਨੂੰ ਦਫਨਾਇਆ ਜਾਵੇ ਜਿੱਦਾਂ ਦਾ ਉਹਨਾਂ ਦਾ ਰੀਤੀ ਰਿਵਾਜ਼ ਆ। ਅਤੇ ਸਤਿਗੁਰੂ ਜੀ ਨੇ ਉਸੇ ਜਗ੍ਹਾ 'ਤੇ ਹੀ ਮਹਾਂ ਸਿੰਘ ਦੀ ਜਿਹੜੀ ਬੇਨਤੀ ਅਤੇ ਜਿਹੜਾ ਬਦਾਵਾ ਲਿਖਿਆ ਹੋਇਆ ਸੀ ਉਸ ਨੂੰ ਉਹਨਾਂ ਨੇ ਪਾੜ ਦਿੱਤਾ ਅਤੇ ਉਸ ਦੀ ਜਿਹੜੀ ਗਲਤੀ ਸੀ ਉਸ ਨੂੰ ਮਾफ़ ਕਰ ਦਿੱਤਾ। ਉਸ ਦਲ ਦੇ ਵਿੱਚ ਕਹਿ ਦਈਏ ਉਸ ਸਮੇਂ ਮਾਤਾ ਭਾਗ ਕੌਰ ਵੀ ਉੱਥੇ ਜਿਹੜੇ ਸੀ ਉਹ ਬੜੀ ਬਹਾਦਰੀ ਨਾਲ ਲੜੇ ਅਤੇ ਉਹਨਾਂ ਦੀ ਵੀ ਮਾਤਾ ਭਾਗ ਕੌਰ ਦੀ ਵੀ ਵੱਡੀ ਦੇਣ ਹੈ ਸਿੱਖ ਸੰਗਤ ਨੂੰ। ਕਲਗੀਧਰ ਪਾਤਸ਼ਾਹ ਨੇ ਮਾਤਾ ਭਾਗ ਕੌਰ ਨੂੰ ਕੈਸੀ ਬਖਸ਼ਿਸ਼ ਕੀਤੀ ਅਤੇ ਮੁਕਤਸਰ ਦੀ ਯਾਦ ਵਿੱਚ ਜਿਹੜੇ ਅਸਥਾਨ ਬਣੇ ਹੋਏ ਆ ਉਹਨਾਂ ਬਾਰੇ ਵੀ ਕੋਸ਼ਿਸ਼ ਕਰਿਓ ਜੇ ਟਾਈਮ ਹੋਇਆ ਤਾਂ ਸਾਂਝ ਪਾ ਸਕੀਏ, ਕਿਉਂਕਿ ਮਾਤਾ ਭਾਗ ਕੌਰ ਦੇ ਜੀਵਨ ਬਾਰੇ ਸੰਗਤਾਂ ਦੇ ਨਾਲ ਸਾਂਝ ਪਾਉਣੀ ਵਿਸਤਾਰ ਦੇ ਨਾਲ ਬਹੁਤ ਹੀ ਜ਼ਰੂਰੀ ਹੈ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਜਦੋਂ ਵਰਦੀ ਆ ਤੇ ਉਹ ਟੁੱਟ ਵਰਦੀ ਆ। ਬਿਲਕੁਲ। ਔਰ ਇਹੀ ਬਖਸ਼ਿਸ਼ ਜਿਹੜੇ ਬਦਾਵੀਏ ਸਨ, ਹਾਂਜੀ, ਉਹਨਾਂ ਨੂੰ ਸਤਿਗੁਰੂ ਨੇ ਮੁਕਤੇ ਬਣਾ ਕੇ ਕੀਤੀ ਜੀ। ਆਪਾਂ ਪਿਛਲੇ ਐਪੀਸੋਡ 'ਚ ਗੱਲ ਕਰਦੇ ਹਾਂ, ਸਤਿਗੁਰੂ ਕਿਸੇ ਨੂੰ ਚੱਕਦੇ, ਮੂੰਹ ਸਾਫ਼ ਕਰਦੇ, ਮੇਰਾ 5000 ਹੀ, ਕਿਸੇ ਨੂੰ 10,000 ਹੀ, ਕਿਸੇ ਨੂੰ 20,000 ਹੀ, ਕਿਸੇ ਨੂੰ ਇੱਥੇ ਦਾ ਰਾਜ, ਕਿਸੇ ਨੂੰ ਉੱਥੇ ਦਾ ਰਾਜ। ਵੱਖ-ਵੱਖ ਸਾਡੇ ਸੂਰੀ ਪ੍ਰਕਾਸ਼ ਗ੍ਰੰਥ 'ਚ ਬਹੁਤ ਪਿਆਰ ਨਾਲ, ਬਾਕੀ ਗ੍ਰੰਥਾਂ 'ਚ ਵੀ ਬਹੁਤ ਪਿਆਰ ਨਾਲ ਗੱਲਾਂ ਲਿਖੀਆਂ ਹੋਈਆਂ ਜੀ। ਬੜੀਆਂ ਬਖਸ਼ਿਸ਼ਾਂ ਸਤਿਗੁਰੂ ਨੇ ਕੀਤੀਆਂ। ਹਾਂਜੀ। ਔਰ ਖਦਰਾਣੇ ਦੀ ਢਾਬ ਆਪਾਂ ਪਿਛਲੇ ਐਪੀਸੋਡ 'ਚ ਗੱਲ ਕਰ ਲਈ ਆ ਵੀ ਖਦਰਾਣੇ ਦੀ ਢਾਬ ਨੂੰ ਗੁਰੂ ਗ੍ਰੰਥ ਪਾਤਸ਼ਾਹ 10ਵੀਂ ਦੀ ਗਵਾਹੀ ਵੀ ਆਪਾਂ ਦਿੱਤੀ ਸੀ ਕਿ ਵੀ ਖਿਦਰਾਣਾ ਘਰ ਮੁਕਤਸਰ, ਮੁਕਤ ਸਭ ਕੀਨ, ਹੋਏ ਸਾਬਤ ਜੂਝੇ ਜਬੈ, ਸਭ ਮੁਕਤ ਪਦਾਰਥ ਲੀਨ, ਖਦਰਾਣੇ ਨੂੰ ਮੁਕਤਸਰ ਕਰ ਦਿੱਤਾ ਸਤਿਗੁਰੂ ਨੇ ਜੀ। ਇਹ ਵੀ ਆਪਾਂ ਪਿਛਲੇ ਐਪੀਸੋਡ 'ਚ ਗੱਲ ਕਰ ਲਈ ਸੀ। ਔਰ ਆਪਾਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਕਿ ਮਹਾਂ ਸਿੰਘ ਦਾ ਖੂਨ ਨਾਲ ਲਿਬੜਿਆ ਹੋਇਆ ਸਿਰ ਜੀ ਲੱਥਪੱਥ ਹੋਇਆ, ਉਹਦਾ ਮੂੰਹ ਤੇ ਰੇਤਾ ਵੀ ਪਈ ਹੋਈ, ਸਾਰੀ ਧਰਤੀ ਤੇ ਲੜਿਆ, ਡਿੱਗਿਆ ਥੱਲੇ ਅਕਸਰ। ਸਤਿਗੁਰੂ ਨੇ ਆਪਣੇ ਪਜਾਮੀ ਦੇ ਉੱਤੇ ਰੱਖਿਆ, ਪੱਟ ਦੇ ਉੱਤੇ ਰੱਖਿਆ ਜੀ। ਉਹ ਜਿਹੜੀ ਪਜਾਮੀ ਸੀ ਉਹਨੂੰ ਖੂਨ ਲੱਗ ਗਿਆ। ਉਹ ਬਾਅਦ ਚ ਗੁਰਸਿੱਖਾਂ ਨੇ ਬੜੇ ਪਿਆਰ ਨਾਲ ਸਾਂਭ ਲਈ, ਸਤਿਗੁਰੂ ਦਾ ਸ਼ਹੀਦ ਦਾ ਖੂਨ ਲੱਗਾ। ਹਾਂਜੀ, ਛੋਟੀ ਕਿਤੇ ਗੱਲ ਥੋੜਾ, ਸਤਿਗੁਰੂ ਨੇ ਸ਼ਹੀਦ ਦੇ ਉਹਨੂੰ ਮੁਕਤਾ ਵੀ ਬਣਾਇਆ ਹੋਵੇ ਤੇ ਉਹਦਾ ਖੂਨ ਲੱਗਾ ਆ, ਇਹ ਸਾਂਭ ਲਈ। ਤੇ ਜਦੋਂ ਸਤਿਗੁਰੂ ਇੱਥੋਂ ਹੁੰਦੇ ਗਾਂ ਦਮਦਮਾ ਸਾਹਿਬ ਪਹੁੰਚੇ, ਭਾਈ ਡੱਲਾ ਦੇ ਘਰ ਗਏ ਨਾ, ਭਾਈ ਡੱਲਾ ਜੀ ਦੇ ਕੋਲ ਰਹੇ ਤੇ ਡੱਲਾ ਤੇ ਜਦੋਂ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਤੇ ਸਤਿਗੁਰੂ ਨੇ ਜਿਹੜੀ ਖਦਰਾਣੇ ਦੀ ਢਾਬ ਤੇ ਦੂਰ ਮਾਰ ਦੀ ਬੰਦੂਕ ਵਰਤੀ ਸੀ, ਲੰਮੀ ਨਾਲੀ ਵਾਲੀ ਜੀ, ਉਹ ਬੰਦੂਕ, ਹੋਰ ਸ਼ਸਤਰ ਵੀ ਦਿੱਤੇ ਹਾਂਜੀ, ਪਰ ਉਹ ਬੰਦੂਕ ਵੀ ਤੇ ਉਹ ਪਜਾਮੀ ਵੀ, ਜਿਹੜਾ ਕੁੜਤਾ ਪਜਾਮਾ ਸਤਿਗੁਰੂ ਨੇ ਉੱਥੇ ਪਾਇਆ ਹੋਇਆ ਸੀਗਾ ਜੀ ਜੀ, ਉਹ ਕੁੜਤਾ ਪਜਾਮਾ ਵੀ ਹਾਂਜੀ ਸਤਿਗੁਰੂ ਜੀ ਨੇ ਭਾਈ ਡੱਲੇ ਦੇ ਮੰਗਣ ਤੇ ਦੇ ਦਿੱਤਾ ਕਿ ਸ਼ਹੀਦਾਂ ਦਾ ਖੂਨ ਦੀ ਯਾਦ ਜਿਹੜੀ ਆ, ਸ਼ਹੀਦਾਂ ਦਾ ਪਹਿਲਾ ਇੱਕ ਤਰ੍ਹਾਂ ਰਹੂਗਾ ਇੱਥੇ ਜੀ, ਤੇ ਉਹ ਪਰਿਵਾਰ ਦੇ ਵਿੱਚ ਅੱਜ ਤੱਕ ਪਿਆ ਆ। ਠੀਕ ਹੈ, ਕਿਤੇ ਦਮਦਮਾ ਸਾਹਿਬ ਜਾਈਏ ਉਸ ਪਰਿਵਾਰ ਦੇ ਵਿੱਚ ਤੇ ਜ਼ਰੂਰ ਦਰਸ਼ਨ ਕਰਨ ਜਾਣਾ ਚਾਹੀਦਾ। ਭਾਈ ਡੱਲਾ ਜੀ ਦਾ ਘਰ ਸੈਨ ਲਿਖ ਕੇ ਲਾਏ ਹੋਏ ਆ, ਉਹਨਾਂ ਨੇ ਅੱਜ ਤੱਕ ਸਾਂਭਿਆ। ਔਰ ਐਡੀ ਸਬਰ ਸਿਦਕ ਵਾਲੇ ਆ ਉਹ
ਜਾਣੀ ਕਿ ਪਰਿਵਾਰ ਗੁਰੂ ਦੀਆਂ ਬਖਸ਼ਿਸ਼ਾਂ ਕਹਿਣੀਆਂ ਚਾਹੀਦੀਆਂ ਉਹਨਾਂ ਪਰਿਵਾਰਾਂ ਦੇ ਉੱਤੇ ਕਿ ਜੇ ਕਿਤੇ ਕਿਸੇ ਆਮ ਬੰਦੇ ਕੋਲ ਜਿਹੜਾ ਸਬਰ ਸਿੱਧਕ ਵਾਲਾ ਨਾਂ ਹੁੰਦਾ, ਗੁਰੂ ਦੀ ਬਖਸ਼ਿਸ਼ਾਂ ਵਾਲਾ ਨਾਂ ਹੁੰਦਾ, ਤੇ ਉਹਨਾਂ ਨੇ ਉਹ ਸ਼ਸਤਰ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਉਹ ਸਾਰਾ ਕੁਝ ਦਿਖਾਉਣ ਦੇ ਮੱਥੇ ਟਿਕਾਉਣੇ ਸ਼ੁਰੂ ਕਰ ਦੇਣੇ ਸੀ ਜੀ। ਪਰ ਇੱਕ ਉਹਨਾਂ ਨੇ ਲਾਇਆ ਹੋਇਆ ਵੀ ਇੱਥੇ ਮੱਥਾ ਨਹੀਂ ਪੈਸੇ ਦਾ ਟੇਕਣਾ। ਠੀਕ ਹੈ। ਦੂਜਾ ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਤੋਰਦੇ ਆਪਦੇ ਕੋਲੋਂ। ਤੀਜਾ ਕੋਈ ਚਾਹ ਪਾਣੀ ਪੀਣ ਵਾਲਾ ਦੂਰੋਂ ਚਾਹ ਪਾਣੀ ਵੀ ਪਾ ਕੇ ਤੋਰਦੇ ਆ। ਠੀਕ ਹੈ। ਪਰ ਕੁਝ ਵੀ ਤੁਸੀਂ ਦੇਣਾ ਚਾਹੋ ਜੀ, ਗਿਫਟ ਦੇ ਰੂਪ 'ਚ ਵੀ ਨਹੀਂ ਲੈਂਦੇ। ਠੀਕ ਹੈ। ਕਹਿੰਦੇ ਨਹੀਂ, ਇਹ ਸਾਡੇ ਵੱਡਿਆਂ ਦਾ ਹੁਕਮ ਨਹੀਂ ਹੈਗਾ। ਤੇ ਇਹ ਜਿਹੜੀ ਉਹ ਸਤਿਗੁਰੂ ਦੀਆਂ ਬਖਸ਼ਿਸ਼ਾਂ ਵੀ ਬੜੀਆਂ, ਬਾਬਾ ਡੱਲਾ ਜੀ ਦੇ ਉਸ ਪਰਿਵਾਰ ਦੇ ਉੱਤੇ ਜਾਣੀ ਕਿ ਤਲਵੱਡੀ ਸਾਬੋ ਵਾਲੀ ਤੀਜਾ ਗੁੱਸਾ ਜ਼ਿਆਦਾ ਹਾਲੇ ਵੀ ਉਹਨਾਂ ਬੜੀ ਬਖਸ਼ਿਸ਼ ਸਤਿਗੁਰੂ ਦੀਆਂ ਰਹਿਮਤਾਂ ਆ। ਔਰ ਜਿਹੜੇ ਸਬਰ ਸਿੱਧਕ ਰੱਖਦੇ ਆ ਸਤਿਗੁਰੂ ਦੀਆਂ ਰਹਿਮਤਾਂ ਉਹਨਾਂ ਤੇ ਹੁੰਦੀਆਂ ਵੀ ਆ ਔਰ ਸੀਨਾ ਬਸੀਨਾ ਚੱਲਦੀਆਂ। ਮੇਰੇ ਖਿਆਲ 14ਵੀਂ 15ਵੀਂ ਪੀੜ੍ਹੀ ਤੱਕ ਗੱਲ ਪਹੁੰਚ ਗਈ ਹੋਈ ਆ ਤੇ ਬਖਸ਼ਿਸ਼ਾਂ ਉੱਦਾਂ ਹੀ ਚੱਲ ਰਹੀਆਂ, ਇਹ ਰਹਿਮਤਾਂ ਚੱਲ ਰਹੀਆਂ ਸਤਿਗੁਰੂ ਦੀਆਂ। ਖੈਰ ਮੈਂ ਗੁਰੂ ਸਾਹਿਬ ਦੀ ਪੰਜਾਬੀ ਦੀ ਗੱਲ ਕਰਦੇ ਕਰਦੇ ਉੱਥੇ ਪਹੁੰਚ ਗਿਆ। ਆਵਾਜ਼ ਮਾਂ ਮੇਰੇ ਖਿਆਲ ਦੁਬਾਰਾ ਬੰਦਾਨੀ ਜੰਗ ਜਿਹੜਾ ਤੁਹਾਡਾ ਸਵਾਲ ਹੈ ਉੱਥੇ ਆ ਜਾਵਾਂ। ਸਤਿਗੁਰੂ ਜੀ ਤਾਂ ਜ਼ਖਮੀਆਂ ਦੀ ਸੰਭਾਲ ਵੀ ਕਰਦੇ ਜਾ ਰਹੇ ਆ, ਸੰਸਕਾਰ ਵੀ ਕਰਨ ਲਈ ਤਿਆਰੀ, ਸ਼ਹੀਦਗਾਹੀ ਦੀ ਵੀ ਤਿਆਰੀ ਹੋ ਰਹੀ ਆ। ਸ਼ਹੀਦਾਂ ਦੀ ਜਿਹੜੇ ਮੁਸਲਿਮ ਸੀ ਛੱਡ ਕੇ ਭੱਜ ਗਏ ਉਹਨਾਂ ਦਾ ਵੀ ਸਤਿਗੁਰੂ ਕਰ ਰਿਹਾ, ਤਿਆਰੀ ਕਰਵਾ ਰਿਹਾ ਸਾਰੀ ਸਿੰਘਾਂ ਦੇ ਕੋਲੋਂ। ਜ਼ਖਮੀਆਂ ਦੀ ਸਾਂਭ ਸੰਭਾਲ ਕਰਦਿਆਂ ਸਿੰਘ ਨੇ ਆਖਿਆ ਵੀ ਜ਼ਖਮੀਆਂ ਦੇ ਵਿੱਚ ਇੱਕ ਬੀਬੀ ਵੀ ਆ। ਹੁਣ ਬੀਬੀ ਭਾਗ ਕੌਰ, ਬੀਬੀ ਭਾਗੋ, ਬੀਬੀ ਭਾਗ ਕੌਰ, ਮਾਈ ਭਾਗੋ, ਬੜੇ ਨਾਂ ਸਾਡੇ ਇਤਿਹਾਸ ਨੇ। ਕਿਸੇ ਨੇ ਕਹਤਾ ਮਾਈ ਭਾਗੋ, ਹਾਂਜੀ, ਕਿਸੇ ਨੇ ਕਹਤਾ ਬੀਬੀ ਭਾਗੋ, ਕਿਸੇ ਨੇ ਕਹਤਾ ਬੀਬੀ ਭਾਗ ਕੌਰ, ਕਿਸੇ ਨੇ ਕਿਹਾ ਮਾਤਾ ਭਾਗ ਕੌਰ। ਇਹ ਸਾਰੇ ਨਾਂ ਉਪਨਾਮ ਜਿਹੜੇ ਆ, ਕਿਸੇ ਨੇ ਇਕੱਲਾ ਭਾਗੋ ਵੀ ਵਰਤਿਆ, ਇਹ ਸਾਰੇ ਨਾਮ ਉਪਨਾਮ ਜਿਹੜੇ ਆ ਮਾਤਾ ਭਾਗ ਕੌਰ ਦੇ ਆ। ਤੇ ਹੁਣ ਸਤਿਗੁਰੂ ਦੇ ਜਦੋਂ ਮਜਾਲ ਦੇ ਸਿੰਘ ਰਾਮਿਆਂ ਨੇ ਬੈਠੇ ਸੀਗੇ, ਹਾਂਜੀ, ਜਿੱਥੇ ਗੁਰਦੁਆਰਾ ਬੇਦਾਵਾ ਸਾਹਿਬ ਆ ਜੀ, ਰਾਮਿਆਂ ਨੇ ਦੀ ਜੂਝ, ਉਦੋਂ ਸਤਿਗੁਰੂ ਦੇ ਦਰਸ਼ਨ ਤਾਂ ਕੀਤੇ ਸੀ। ਬੀਬੀ ਸਤਿਗੁਰੂ ਜਾਣਦੇ ਸਨ ਬੀਬੀ ਇੱਕੋ ਹੀ ਆ ਕਿਹੜੀ ਆ। ਤੇ ਜਦੋਂ ਕਿਹਾ ਬੀਬੀ ਵੀ ਇੱਕ ਜ਼ਖਮੀ ਆ ਜੀ ਜੀ, ਤਾਂ ਸਤਿਗੁਰੂ ਆਪ ਫਿਰ ਉਧਰ ਨੂੰ ਗਿਆ। ਠੀਕ, ਦੇਖਿਆ ਜਾ ਕੇ ਫੱਟ ਕੋਈ ਬਹੁਤ ਡੂੰਘੇ ਨਹੀਂ ਸੀਗੇ। ਹਾਂਜੀ, ਫੱਟ ਹੈਗੇ ਸੀ, ਖੂਨ ਨਿਕਲਿਆ ਸੀ ਜੀ ਜੀ, ਪਰ ਫੱਟ ਕੋਈ ਬਾਲੇ ਡੂੰਘੇ ਨਹੀਂ ਸੀ। ਪਹਿਲਾਂ ਤਾਂ ਉਹਨਾਂ ਦੇ ਜ਼ਖਮ ਧੋਤੇ ਗਏ ਜੀ, ਜ਼ਖਮ ਧੋ ਕੇ ਮਲਮ ਪੱਟੀ ਕੀਤੀ ਗਈ। ਮਲਮ ਪੱਟੀ ਕਰਕੇ ਬੀਬੀ ਹੋਸ਼ ਆ ਗਈ। ਜ਼ਖਮ ਬਹੁਤ ਡੂੰਘੇ ਨਹੀਂ ਸੀ ਹੈਗੇ, ਹੋਸ਼ ਸੀਗੀ, ਹੋਸ਼ ਆ ਗਈ, ਪੂਰੀ ਤਰ੍ਹਾਂ ਹੋਸ਼ ਆ ਗਈ। ਸਤਿਗੁਰੂ ਸਾਹਮਣੇ ਆ ਤੇ ਫਿਰ ਬੰਦਾ ਉਦਾਂ ਹੀ ਚੇਤਨ ਹੋ ਜਾਂਦਾ। ਸਤਿਗੁਰੂ ਦਾ ਔਰਾ ਜਿਹੜਾ ਆ ਜੀ ਜੀ ਜੀ, ਉਹਦੇ ਚ ਏਡੀ ਚੇਤਨਤਾ ਆ ਕਿ ਉਹਦੇ ਏਰੇ ਦੇ ਵਿੱਚ, ਔਰੇ ਦੇ ਵਿੱਚ ਤੁਸੀਂ ਆ ਗਏ, ਤੁਸੀਂ ਆਪੇ ਚੇਤਨ ਹੋ ਜਾਣਾ। ਬਿਲਕੁਲ। ਔਰ ਕੱਲਾ ਇਹ ਸਤਿਗੁਰੂ ਦੀਆਂ ਬਖਸ਼ਿਸ਼ਾਂ, ਜਿਹੜੇ ਸਤਿਗੁਰੂ ਦਾ ਨਾਮ ਜਪਣ ਵਾਲੇ ਆ ਨਾ, ਉਹਨਾਂ ਦੇ ਔਰਿਆਂ 'ਚ ਵੀ ਬਖਸ਼ਿਸ਼ ਹੁੰਦੀ ਆ, ਰਹਿਮਤਾਂ ਹੁੰਦੀਆਂ ਜੀ। ਸੋ ਸਾਨੂੰ ਇਸੇ ਕਰਕੇ ਗੁਰਮੁਖਾਂ ਦੇ ਕੋਲ, ਨਾਮ ਜਪਣ ਵਾਲਿਆਂ ਦੇ ਕੋਲ, ਰੱਬ ਦੀ ਭੈ ਭਾਵਨੀ ਮੰਨਣ ਵਾਲਿਆਂ ਦੇ ਕੋਲ, ਸਬਰ ਸਿੱਧ ਕਲਾਂ ਦੇ ਕੋਲ, ਜਿਹੜੇ ਹਉਮੈ ਹੰਕਾਰ ਤੋਂ ਥੋੜਾ ਜਿਹਾ ਵੀ ਮੁਕਤ, ਉਹਨਾਂ ਕੋਲ ਬੈਠਣਾ ਚਾਹੀਦਾ। ਨਿਤਨੇਮੀ ਉਹਨਾਂ ਕੋਲ ਬੈਠਣਾ ਚਾਹੀਦਾ। ਤੁਹਾਡੇ ਕੋਲ ਜਿਹੜੀ ਉਹ ਥਿੰਕਿੰਗ ਜਿਹੜੀ ਹੁੰਦੀ, ਪੋਜ਼ਿਟਿਵ ਥਿੰਕਿੰਗ, ਉਹ ਆਉਂਦੀ ਆ। ਜੇ ਥਿੰਕਿੰਗ ਪੋਜ਼ਿਟਿਵ ਆ ਤੇ ਬਾਕੀ ਸਾਰੀਆਂ ਜਿਹੜੀਆਂ ਮਾੜੀਆਂ ਗੱਲਾਂ ਨੈਗੇਟਿਵ ਹੋ ਜਾਂਦੀਆਂ। ਇਸੇ ਕਰਕੇ ਚੜ੍ਹਦੀ ਕਲਾ ਦਾ ਕਨਸੈਪਟ ਦੀ ਗੱਲ ਆ। ਸੋ ਹੁਣ ਬੀਬੀ ਨੂੰ ਜਦੋਂ ਹੋਸ਼ ਆ ਗਈ ਆ ਮਲਮ ਪੱਟੀ ਤੋਂ ਬਾਅਦ ਵਿੱਚ ਪੂਰੀ ਤਰ੍ਹਾਂ, ਤੇ ਉਹਨੇ ਫਿਰ ਪੂਰੀ ਗਾਥਾ ਦੱਸੀ ਕਿ ਕਿੱਦਾਂ ਬਦਾਵੀਏ ਪਹੁੰਚੇ ਸੀ ਜੀ, ਕਿੱਦਾਂ ਬਦਾਵੀਏ ਪਹੁੰਚੇ ਸੀ ਤੇ ਕਿੱਦਾਂ ਮੇਰੇ ਸਹੁਰੇ ਯਾਨੀ ਕਿ ਦੇਸ ਰਾਜ ਵੜੈਚ ਨੇ ਉਸ ਗੱਲ ਨੂੰ ਦਿਲ ਤੇ ਲਿਆ, ਕਿੱਦਾਂ ਉਹਦਾ ਅੰਤਮ ਅਕਾਲ ਚਲਾਣਾ ਹੋਇਆ ਜੀ, ਕਿੱਦਾਂ ਉਹਦੇ ਅੰਤਮ ਸੰਸਕਾਰ ਦੇ ਸਮੇਂ ਦੁਸ਼ਹਿਰੇ ਦੇ ਉੱਤੇ ਸਿੰਘ ਇਕੱਠੇ ਹੋਏ। ਬਾਬਾ ਖੁਸ਼ਹਾਲ ਸਿੰਘ ਭੱਲਾ ਹੋਣੀ ਤੇ ਭਾਈ ਰਾਏ ਸਿੰਘ ਹੋਣੀ ਸਾਰੇ ਇਹਨਾਂ ਨੇ ਬਖਸ਼ਿਸ਼ ਕੀਤੀ ਤੇ ਅਸੀਂ ਤੁਰ ਕੇ ਆਏ। ਤੇ ਮਾਝੇ ਦੀ ਜਿਹੜੀ ਤੁਸੀਂ ਡਿਊਟੀ ਲਾਈ ਹੈ, ਪੰਜਾਂ ਸਿੰਘਾਂ ਦੀ ਲਾਈ ਸੀ, ਉਹਨਾਂ ਨੇ ਕਿੱਦਾਂ ਔਖੇ ਸਮੇਂ 'ਚ ਮਾਝੇ ਦੀ ਸਿੱਖੀ ਨੂੰ ਸਾਂਭਿਆ। ਇਹ ਸਾਰੀ ਗਾਥਾ ਬੀਬੀ ਭਾਗ ਕੌਰ ਨੇ ਗੁਰੂ ਸਾਹਿਬ ਨੂੰ, ਸਤਿਗੁਰੂ ਨੂੰ ਦੱਸੀ ਜੀ। ਔਰ ਗੱਲ ਕਹਿਣੀ ਬੜੀ ਸੌਖੀ ਲੱਗਦੀ ਕਈ ਵਾਰੀ, ਪਰ ਜਦੋਂ ਵਾਪਰਦੀ ਪਤਾ ਉਦੋਂ ਲੱਗਦਾ। ਇਸ ਜੰਗ ਦੇ ਵਿੱਚ ਬੀਬੀ ਭਾਗ ਕੌਰ ਦੇ ਪਰਿਵਾਰ ਦੇ ਨੇੜਲੇ 7 ਜਵਾਨ ਜੀ ਸ਼ਹੀਦ ਹੋਏ ਆ। 7 ਕਹਿੰਦੇ ਕਹਾਉਂਦੇ ਤੁਰਲਿਆਂ ਵਾਲੇ, ਜਿਨ੍ਹਾਂ ਦੀਆਂ ਸਰਦਾਰੀਆਂ ਚੱਲਦੀਆਂ ਸੀ ਇਲਾਕੇ ਦੇ ਵਿੱਚ, ਜਿਹੜੇ ਇਲਾਕਿਆਂ ਦੇ ਚੌਧਰੀ ਵੀ ਸੀਗੇ। ਪਰਿਵਾਰਾਂ ਦੇ ਵੱਡੇ ਤਾਂ ਹੈਗੇ ਹੀ ਸੀਗੇ, ਪਰ ਇਲਾਕਿਆਂ ਦੇ ਵੀ ਵੱਡੇ ਸੀਗੇ, ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਜੇ ਅਸੀਂ ਕਿੱਡੇ ਭਰਾ ਸਾਰੇ ਇਕੱਠੇ ਹੋ ਕੇ ਬੈਠ ਜਾਈਏ ਨਾ, ਤੇ ਮਾਝੇ ਦੀ ਜਿਹੜੀ ਗੁੱਠ 'ਚ ਬੈਠ ਜਾਈਏ, ਉਹ ਮਾਝੇ ਦੀ ਗੁੱਠ ਨੀਵੀਂ ਹੋ ਜਾਂਦੀ ਆ। ਇਹ ਗੱਲ ਮਹਾ ਸਿੰਘ ਕਹਿੰਦਾ ਹੁੰਦਾ ਸੀਗਾ। ਕਹਿੰਦਾ ਅਸੀਂ ਢਿੱਲੋਂ ਭਰਾ ਤੇ ਸਾਡੀ ਰਿਸ਼ਤੇਦਾਰੀ, ਜੇ ਕਦੇ ਅਸੀਂ ਨਾ ਇਕੱਠੇ ਹੋ ਕੇ ਮਾਝੇ ਦੀ ਜਿਹੜੀ ਗੁੱਠ 'ਚ ਬੈਠ ਜਾਈਏ, ਉਹ ਸਾਡਾ ਇੰਨਾ ਭਾਰ ਆ, ਇੰਨਾ ਮੁੱਲ ਆ
ਇਦਾਂ ਦੇ ਸਾਡੇ ਸਤਿਗੁਰੂ ਨੇ ਸਾਨੂੰ ਸਰੀਰ ਬਖਸ਼ੇ ਹੋਏ ਆ ਕਿ ਉਹ ਮਾਝੇ ਦੀ ਗੁੱਠ ਨੀਵੀਂ ਹੋ ਜਾਂਦੀ ਆ। ਐਡੇ ਡਿਮਾਂਡ ਵਾਲੇ ਬੰਦੇ, ਐਡੇ ਐਡੇ ਤੁਰਲੇ ਵਾਲੇ ਬੰਦੇ, ਐਡੀਆਂ ਐਡੀਆਂ ਚੌਧਰਾਂ ਵਾਲੇ ਬੰਦੇ, ਐਡੇ ਐਡੇ ਸ਼ਾਬੇ ਵਾਲੇ ਬੰਦੇ, ਐਡੇ ਐਡੇ ਜੀਰੇ ਵਾਲੇ ਬੰਦੇ, ਐਡੇ ਐਡੇ ਦਾਬੇ ਵਾਲੇ ਬੰਦੇ, ਇੱਕ ਨਹੀਂ 7 ਬੰਦੇ ਮਾਤਾ ਭਾਗ ਕੌਰ ਦੇ ਘਰ ਦੇ ਪਰਿਵਾਰ ਦੇ ਸ਼ਹੀਦ ਹੋਏ। 4 ਤਾਂ ਸੱਕੇ ਭਰਾ ਸੀਗੇ ਜੀ। ਭਾਈ ਭਾਗ ਸਿੰਘ ਝਬਾਲ ਜਿਹੜਾ ਬਾਲਾ ਤੱਤਾ ਵੀ ਸੀਗਾ, ਚੌਧਰੀ ਵੀ ਸੀਗਾ, ਭਾਈ ਭਾਗ ਸਿੰਘ ਝਬਾਲ, ਭਾਈ ਦਿਆਲ, ਭਾਈ ਗੰਡਾ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਭਾਗ ਸਿੰਘ, ਦਿਲਬਾਗ ਸਿੰਘ, ਭਾਈ ਗੰਡਾ ਸਿੰਘ ਤੇ ਭਾਈ ਕਰਵਾਰਾ ਸਿੰਘ। ਇਹ 4 ਭਰਾ ਸੱਕੇ ਸੀਗੇ ਬੀਬੀ ਭਾਗੋ ਦੇ। ਜੀ। ਇਹ ਚੌਧਰੀ ਲੰਗਾਹ ਢਿੱਲੋਂ ਜਿਹਦਾ ਭਾਈ ਗੁਰਦਾਸ ਨੇ 12 ਜ਼ਿਕਰ ਕੀਤਾ, ਮੈਂ ਪਹਿਲਾਂ ਕੀਤਾ, ਮੈਂ ਭਾਈ ਮਾਤਾ ਭਾਗੋ ਦਾ ਜ਼ਿਕਰ ਕਰਨਾ ਦੁਬਾਰਾ ਦੁਹਰਾ ਕੇ ਕਰਦੇ ਆ। ਇਹ ਚੌਧਰੀ ਲੰਗਾਹ ਢਿੱਲੋਂ ਜਿਹੜਾ ਇਸ ਇਲਾਕੇ ਦਾ ਮੰਨਿਆ ਹੋਇਆ ਚੌਧਰੀ ਸੀ, ਜਿਹਨੇ ਗੁਰੂ ਅਰਜਨ ਦੇਵ ਜੀ ਦੇ ਵੇਲੇ, ਗੁਰੂ ਰਾਮਦਾਸ ਦੇ ਵੇਲੇ ਸਿੱਖੀ ਧਾਰਨ ਕੀਤੀ, ਤੇ ਗੁਰੂ ਅਰਜਨ ਦੇਵ ਵੇਲੇ ਇਹਨੇ ਜਿਹੜੀਆਂ ਸਤਿਗੁਰੂ ਨੇ ਬਖਸ਼ੀਆਂ ਇਸ ਪਰਿਵਾਰ ਤੇ ਕੀਤੀਆਂ ਕਿ ਸਤਿਗੁਰੂ ਜੀ ਮੈਂ ਆਪਣੀ ਜ਼ਮੀਨ ਦਾ ਕੁਝ ਟੁਕੜਾ ਦੇਣਾ ਚਾਹੁੰਦਾ। ਤੇ ਜਿਹੜੀ ਬਾਬਾ ਬੁੱਢਾ ਜੀ ਵਾਲੀ ਬੀੜ ਹੈ ਜਿਹਦੀ ਅੱਜ ਵੀ ਹੈਗੀ ਜ਼ਮੀਨ, ਹਾਂਜੀ, ਇਹ ਇਸ ਚੌਧਰੀ ਲੰਗਾਹ ਢਿੱਲੋਂ ਨੇ ਦਿੱਤੀ ਸੀਗੀ ਵੀ ਇੱਥੇ ਤੁਸੀਂ ਗੁਰੂ ਘਰ ਦੇ ਲੰਗਰ ਲਈ ਸਬਜ਼ੀਆਂ ਲਾਓ, ਠੀਕ ਹੈ, ਤੇ ਪਸ਼ੂ ਰੱਖੋ, ਮੱਝਾਂ ਰੱਖੋ। ਤੇ ਬਾਬਾ ਬੁੱਢਾ ਜੀ ਇਸ ਬੀੜ ਦੀ ਸਾਂਭ ਸੰਭਾਲ ਕਰਦੇ ਹੁੰਦੇ ਸੀਗੇ। ਜਦੋਂ ਬਾਬਾ ਬੁੱਢਾ ਜੀ ਸਾਂਭ ਸੰਭਾਲ ਕਰਦੇ ਸੀ, ਇਹਦਾ ਨਾਂ ਹੀ ਪੈ ਗਿਆ ਬਾਬਾ ਬੁੱਢਾ ਜੀ ਦੀ ਬੀੜ। ਜੀ ਜੀ। ਪਰ ਇਹ ਜ਼ਮੀਨ ਜਿਹੜੀ ਹੈ ਚੌਧਰੀ ਲੰਗਾਹ ਢਿੱਲੋਂ ਦੇ ਪਰਿਵਾਰ ਦੀ, ਚੌਧਰੀ ਦੀ ਦਿੱਤੀ ਹੋਈ ਜ਼ਮੀਨ ਆ। ਵੱਡੇ ਚੌਧਰੀ ਸੀ, ਕਿੰਨੇ ਸੈਂਕੜੇ ਕਮਾ ਜ਼ਮੀਨ ਸੀ, ਤੇ ਇਹ ਜ਼ਮੀਨ ਗੁਰੂ ਘਰ ਨੂੰ ਇਹਨਾਂ ਨੇ ਭੇਟ ਕੀਤੀ ਸੀ ਜੀ, ਗੁਰੂ ਦੀਆਂ ਬਖਸ਼ਿਸ਼ਾਂ ਦੇ ਬਦਲੇ। ਔਰ ਕਿੱਡੀ ਵੱਡੀ ਬਖਸ਼ਿਸ਼ ਹੋਊਗੀ ਜਦੋਂ ਜੰਗ ਦਾ ਸਮਾਂ ਆ, ਸਤਿਗੁਰ ਦੇ ਕਿੱਡੇ ਇਤਬਾਰੀ ਹੋਣਗੇ ਕਿ ਗੁਰੂ ਹਰਗੋਬਿੰਦ ਸਾਹਿਬ ਆਪਣੀ ਪੁੱਤਰੀ ਦਾ ਵਿਆਹ, ਬੀਬੀ ਵੀਰੋ ਦਾ ਵਿਆਹ ਫੌਜ ਜਿਹੜੀ ਤੇ ਅੰਮ੍ਰਿਤਸਰ ਤੋਂ ਕੱਢ ਕੇ ਤੇ ਝਵਾਲ ਕੇ ਕਰਦੇ ਕੀਤਾ ਸੀ। ਹਾਂਜੀ, ਮਾਨਕ ਚੌਂਕ ਦੇ ਵਿੱਚ ਗੁਰਦੁਆਰਾ ਵੀ ਆ ਬੀਬੀ ਵੀਰੋ ਦੇ ਵਿਆਹ ਵਾਲਾ। ਔਰ ਇਹਨਾਂ ਪਰਿਵਾਰਾਂ ਚੋਂ ਗਾਂ ਜਾ ਕੇ ਬਾਅਦ ਚ ਫਿਰ ਬਘੇਲ ਸਿੰਘ ਰਿਸ਼ਤੇਦਾਰੀ ਚੋਂ ਬਘੇਲ ਸਿੰਘ ਧਾਲੀਵਾਲ ਹੋਇਆ। ਉਹ ਬਘੇਲ ਸਿੰਘ ਆ ਜਿਹਨੇ ਦਿੱਲੀ ਦੇ ਉੱਤੇ ਨਿਸ਼ਾਨ ਸਾਹਿਬ ਕਰੋੜ ਸਿੰਘਾਂ ਮਿਸਲ ਦਾ ਮੁਖੀ ਬਣਿਆ, ਜਿਹਨੇ ਦਿੱਲੀ ਦੇ ਉੱਤੇ ਉਹ ਵੀ ਝਬਾਲਦਾ ਸੀਗਾ। ਹਾਂਜੀ, ਖੈਰ ਕੋਟਵੇਂ ਸੀਗੇ ਇਹਨਾਂ ਦੇ ਸਾਰੇ। ਪਰ ਭਾਗ ਸਿੰਘ, ਦਿਲਬਾਗ ਸਿੰਘ, ਗੰਡਾ ਸਿੰਘ, ਕਰਵਾਰਾ ਸਿੰਘ 4 ਸੱਕੇ ਭਰਾ ਸੀ ਜੀ। ਤੇ ਮਹਾ ਸਿੰਘ ਜਿਹੜਾ ਸੁਰ ਸਿੰਘ ਵਾਲਾ, ਹਾਂਜੀ, ਉਹ ਚਾਚੇ ਤਾਏ ਦਾ ਪੁੱਤ ਸੀ, ਸ਼ਰੀਕੇ ਚੋਂ ਭਰਾ ਸੀ ਬੀਬੀ ਭਾਗ ਕੌਰ ਦਾ। 5 ਤਾਂ ਭਰਾ ਹੋ ਗਏ ਇਹਨਾਂ ਮਤਲਬ ਜੀ, 4 ਸੱਕੇ, ਇੱਕ ਚਾਚੇ ਤਾਏ ਦਾ ਪੁੱਤ, ਨੇੜੇ ਹੁੰਦੇ ਆ। ਤੇ ਨਾਲ ਉਹਨਾਂ ਦਾ ਪਤੀ ਹਾਂਜੀ, ਸਰਦਾਰ ਨਿਧਾਨ ਸਿੰਘ ਵੜੈਚ, ਦੇਸਰਾਜ ਵੜੈਚ ਦਾ ਲੜਕਾ, ਬੀਬੀ ਭਾਗ ਕੌਰ ਦਾ ਪਤੀ ਨਿਧਾਨ ਸਿੰਘ ਵੜੈਚ, ਉਹ ਵੀ ਸ਼ਹੀਦ ਹੋਇਆ। ਦਿਓਰ ਸੀਗਾ ਸੁਲਤਾਨ ਸਿੰਘ ਵੜੈਚ, ਉਹ ਵੀ ਸ਼ਹੀਦ ਹੋਇਆ। ਤੇ ਨਿਧਾਨ ਸਿੰਘ ਵੜੈਚ ਪੱਟੀ ਦੇ ਚੌਧਰੀ ਦਾ ਪੁੱਤਰ ਸੀ, ਇਲਾਕੇ ਦੇ ਵਿੱਚ ਨਾਂ ਬੋਲਦਾ ਸੀ। ਔਰ ਇਹਨਾਂ ਦੀ ਮੰਡੀ ਜਿਹੜੀ ਨਾ ਅੱਜ ਵੀ ਉਹਦਾ ਨਾਂ ਆ, ਉਹਨੂੰ ਨਿੱਕੀ ਮੰਡੀ ਕਿਹਾ ਜਾਂਦਾ ਉਸ ਮਹੱਲੇ ਦੀ, ਜਿੱਥੇ ਬੀਬੀ ਭਾਗ ਕੌਰ ਦਾ ਮੈਂ ਨਿਸ਼ਾਨਦੇਹੀ ਕੀਤੀ ਸੀ। ਬਾਬਾ ਹਰਦਾਸ ਸਿੰਘ ਕਿਤਾਬ ਲਿਖਦਿਆਂ ਪਰਿਵਾਰ ਨੇ ਪਿਛਲੇ ਤਕਰੀਬਨ 100 ਸਾਲ ਤੋਂ ਜੀ ਨਿਸ਼ਾਨ ਸਾਹਿਬ ਲਾ ਕੇ ਆਪਣੇ ਉਸ ਘਰ ਦੇ ਉੱਤੇ, ਜਿਹੜਾ ਬੀਬੀ ਭਾਗੋ ਵਾਲਾ ਘਰ ਸੀਗਾ, ਠੀਕ ਹੈ, ਇਹ ਘਰ ਸੰਭਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਲਗਾਤਾਰ। ਪਰਿਵਾਰ ਹਾਂਗਕਾਂਗ ਵੀ ਚਲ ਗਿਆ, ਪਰਿਵਾਰ ਪਿੰਡੋਂ, ਪਰ ਉਹਨਾਂ ਨੂੰ ਨਾ ਥਾਂ ਵੇਚੀ ਤੇ ਨਾ ਕੁਛ, ਉੱਤੇ ਨਿਸ਼ਾਨ ਸਾਹਿਬ ਲਾਇਆ ਹੋਇਆ। ਪਰਿਵਾਰ ਦੇ ਹਿੱਸਿਆਂ ਦੇ ਵਿੱਚੋਂ ਜਿਹੜੇ ਮਾਹਰਲੇ ਹੈਗੇ ਆ, ਗ੍ਰੰਥੀ ਪੱਕਾ ਰੱਖਿਆ ਹੋਇਆ ਆਪ ਪਰਿਵਾਰ ਨੇ। ਹਾਂਜੀ, ਤੇ ਉਹ ਮਾਤਾ ਭਾਗ ਕੌਰ ਦਾ ਸਥਾਨ ਉਹ ਸਾਂਭ ਕੇ ਰੱਖਿਆ ਹੋਇਆ ਉਦਾਂ ਹੀ ਘਰ ਵਿੱਚ। ਪਰ ਮੈਂ ਅੱਜ ਸੰਗਤ ਟੈਲੀਵਿਜ਼ਨ ਤੇ ਗੱਲ ਕਰਾਂਗਾ, ਪਰਿਵਾਰ ਨੇ ਸਾਂਭਿਆ ਹੋਇਆ, ਪਰ ਉਹ ਜਿਹੜੀ ਇੱਕ ਤਰ੍ਹਾਂ ਦਾ ਸਥਾਨ ਪੰਥਕ ਆ, ਕੌਮੀ ਆ, ਮਾਤਾ ਭਾਗ ਕੌਰ ਦਾ ਘਰ ਆ, ਉੱਥੇ ਦੇਸਰਾਜ ਰਹਿੰਦਾ ਰਿਹਾ, ਉੱਥੇ ਦੇਸਰਾਜ ਦਾ ਇਕੱਠ ਹੋਇਆ ਸੀ ਕਿਸੇ ਟਾਈਮ 'ਚ, ਉੱਥੋਂ ਜਥਾ ਤੁਰਿਆ ਸੀਗਾ। ਮਾਤਾ ਭਾਗ ਕੌਰ ਦਾ ਸਹੁਰਾ ਪਿੰਡ ਸੀਗਾ। ਔਰ ਦੇਸਰਾਜ ਏਡਾ ਵੱਡਾ ਚੌਧਰੀ ਸੀ ਤੇ ਏਡਾ ਵੱਡਾ ਧਰਮੀ ਸੀਗਾ। ਹਾਂਜੀ, ਕਿ ਉਹ ਕਹਿੰਦਾ ਸੀ ਵੀ ਕਿਸਾਨ ਆਲੇ ਦੁਆਲੇ ਦੇ ਇਲਾਕੇ ਦੇ ਜੀ, ਜਿਨ੍ਹਾਂ ਨੂੰ ਆਪਣੇ ਝੋਨੇ ਦਾ ਪੂਰਾ ਮੁੱਲ ਨਹੀਂ ਮਿਲਦਾ, ਜਿਨ੍ਹਾਂ ਨੂੰ ਆਪਣੀ ਕਣਕ ਦਾ, ਮੱਕੀ ਦਾ ਪੂਰਾ ਮੁੱਲ ਨਹੀਂ ਮਿਲਦਾ ਫਸਲ ਦਾ, ਉਹਨਾਂ ਨੂੰ ਲੱਗਦਾ ਉਹਨਾਂ ਨੂੰ ਫਸਲ ਵੇਚਣੀ ਪੈਣੀ ਆ। ਜੀ ਜੀ ਜੀ, ਕਿਉਂਕਿ ਜਦੋਂ ਫਸਲ ਦਾ ਆਉਂਦੀ ਆ, ਹਾਂਜੀ, ਤਾਜ਼ੀ ਫਸਲ ਆਉਂਦੀ ਆ ਤੇ ਉਹਦਾ ਰੇਟ ਘੱਟ ਹੁੰਦਾ। ਜੀ, ਜਦੋਂ ਫਸਲ ਸਾਂਭੀ ਜਾਂਦੀ ਗੋਦਾਮ ਦੇ ਵਿੱਚ ਤੇ ਉਹ ਮੌਸਮ ਲੰਘ ਜਾਂਦਾ, ਫਸਲ ਦਾ ਰੇਟ ਵੱਧ ਮਹਿੰਗੀ ਹੋ ਜਾਂਦੀ ਹੈ। ਹਾਂਜੀ, ਆਲੂਆਂ ਨਾਲ ਇਦਾਂ ਹੁੰਦਾ, ਝੋਨੇ ਨਾਲ ਇਦਾਂ ਹੁੰਦਾ, ਕਣਕ ਨਾਲ ਇਦਾਂ ਹੁੰਦਾ, ਮੱਕੀ ਨਾਲ ਇਦਾਂ ਹੁੰਦਾ, ਸਾਰੀਆਂ ਫਸਲਾਂ ਨਾਲ ਇਦਾਂ ਹੁੰਦਾ, ਜਿਹੜੀਆਂ ਫਸਲਾਂ ਸਾਂਭੀਆਂ ਜਾ ਸਕਦੀਆਂ ਜੀ, ਗੋਦਾਮਾਂ ਦੇ ਵਿੱਚ, ਸਟੋਰਾਂ ਦੇ ਵਿੱਚ ਸਟੋਰ ਕੀਤੀਆਂ ਜਾ ਸਕਦੀਆਂ। ਤੇ ਉਹ ਜਿਹੜੇ ਦੇਸਰਾਜ ਵੜੈਚ ਸੀਗਾ, ਉਹ ਕਹਿੰਦਾ ਵੀ ਜਿਹੜੇ ਆੜਤੀ ਤੁਹਾਨੂੰ ਲੁੱਟਦੇ ਨਾ, ਤੁਹਾਨੂੰ ਜ਼ਮੀਨ ਤੁਹਾਡੀ ਫਸਲ ਜ਼ਿਆਦੀ ਆ ਗਈ ਆ, ਹੁਣ ਉਹਦੀ ਲੋੜ ਨਹੀਂ, ਉਹਦਾ ਪੂਰਾ ਮੁੱਲ ਨਹੀਂ ਦਿੰਦੇ, ਪਰ ਇਹਨਾਂ ਨੇ ਸਾਂਭ ਕੇ ਤੁਹਾਨੂੰ ਹੀ ਡਬਲ ਕਰਕੇ ਵੇਚਣੀ ਆ। ਜੀ, ਤੇ ਦੇਸਰਾਜ ਵੜੈਚ ਚੌਧਰੀ ਵੀ ਸੀ, ਪੈਸੇ ਵਾਲਾ ਵੀ ਸੀ, ਤੇ ਉਹਨੇ ਕਿਹਾ ਹੋਇਆ ਸੀ ਜਿਹਦੀ ਫਸਲ ਨਹੀਂ ਵਿਕਦੀ, ਜਿਹਨੂੰ ਲੱਗਦਾ ਮੈਨੂੰ ਰੇਟ ਪੂਰਾ ਨਹੀਂ ਮਿਲ ਰਿਹਾ ਤੇ ਜਿਹਨੂੰ ਲੋੜ ਆ ਪੈਸੇ ਦੀ, ਉਹ ਕਿਸੇ ਆੜਤੀਏ ਕੋਲ ਜਾ ਕੇ ਲੁੱਟ ਹੋਣ ਦੀ ਲੋੜ ਨਹੀਂ ਜੀ, ਮੇਰੀ ਹਵੇਲੀ ਲੈ ਆਓ ਫਸਲ, ਹਾਂਜੀ, ਤੁਹਾਡੀ ਮੈਂ ਫਸਲ ਦੇਖੂੰਗਾ, ਜੋ ਬਣਦਾ ਮੁੱਲ ਤੁਹਾਨੂੰ ਦੇ ਦੂੰਗਾ, ਤੇ ਆਪ ਸਟੋਰ ਕਰਕੇ ਬਾਅਦ ਚ ਲੋੜਵੰਦ ਲੋਕਾਂ ਨੂੰ ਪੂਰੇ ਰੇਟ ਤੇ ਦਿੰਦੇ ਹੁੰਦੇ ਸੀ।
ਤੇ ਇਸੇ ਕਰਕੇ ਉਹਦੀ ਹਵੇਲੀ ਨੂੰ ਧਰਮੀ ਮੰਡੀ ਵੀ ਕਹਿੰਦੇ ਹੁੰਦੇ ਲੋਕ। ਠੀਕ ਹੈ। ਤੇ ਅੱਜ ਉਹ ਧਰਮੀ ਮੰਡੀ ਦੀ ਕੋਈ ਵੱਡੀ ਮੰਡੀ ਤਾਂ ਪੱਟੀ ਦੀ ਹੈਗੀ ਸੀਗੀ, ਜਿਹੜੀ ਹੈਗੀ ਸੀਗੀ ਹਾਂਜੀ, ਸਰਕਾਰੀ। ਹਾਂਜੀ। ਪਰ ਅੱਜ ਉਸ ਇਲਾਕੇ ਨੂੰ ਨਿੱਕੀ ਮੰਡੀ, ਕੋਈ ਧਰਮੀ ਮੰਡੀ ਕਹਿੰਦਾ, ਕੋਈ ਨਿੱਕੀ ਮੰਡੀ ਕਹਿੰਦਾ ਸੀਗਾ। ਠੀਕ, ਠੀਕ। ਵੀ ਜਿਹਨੂੰ ਲੋੜਵੰਦ ਹੈ ਜਾ ਸਕਦਾ ਜਦੋਂ ਮਰਜ਼ੀ, ਸਾਡੇ ਜਿਹੜੇ ਮਰਜ਼ੀ ਸੇ ਲੋੜ ਆ ਲਿਆ ਵੀ ਸਕਦਾ ਆ। 13 ਵਾਲੀ ਗੱਲ, ਹਾਂਜੀ, ਮੋਦੀ ਖਾਨਾ ਕਈ ਲੋਕ ਚਲਾਉਂਦੇ ਆ ਜੀ ਜੀ ਵੀ ਮੋਦੀ ਖਾਨੇ ਵਾਂਗੂ ਗੱਲ, ਵੀ ਜਿੰਨੇ ਰੇਟ ਉਹਨੂੰ ਦੇ ਦੇਣਾ, ਬਾਅਦ ਚ ਰੇਟ ਥੋੜਾ ਜਿਹਾ ਆਪਣੇ ਸਾਹਮਣੇ ਜਿਹੜਾ ਖਰਚਾ ਆ ਕੇ ਥੋੜਾ ਜਿਹਾ ਲੈ ਕੇ ਦੇ ਵੀ ਦੇਣੀ ਆ ਲੋੜਾਂ ਤੇ। ਲੁੱਟਣਾ ਨਹੀਂ ਲੋਕਾਂ ਨੂੰ। ਧਰਮੀ ਬੰਦਾ ਸੀਗਾ, ਉਹਨੂੰ ਧਰਮੀ ਮੰਡੀ, ਨਿੱਕੀ ਮੰਡੀ ਕਹਿੰਦੇ। ਅੱਜ ਵੀ ਉਸ ਇਲਾਕੇ ਦਾ ਨਾਮ ਨਿੱਕੀ ਮੰਡੀ ਆ। ਠੀਕ ਹੈ। ਮੈਂ ਜਾ ਕੇ ਆਪ ਦਰਸ਼ਨ ਕਰਕੇ ਆਇਆ। ਨਹੀਂ ਸਾਡੇ ਲੋਕ ਜਾਂਦੇ, ਪਰ ਪੱਟੀ ਦੇ ਵਿੱਚ ਜਾਣਾ ਚਾਹੀਦਾ। ਬਾਬਾ ਬਿਧੀ ਚੰਦ ਜੀ ਦਾ ਗੁਰਦੁਆਰਾ ਵੀ ਉੱਥੇ ਹੈਗਾ ਆ। ਪੱਠੀ ਆ ਉਹ, ਜਿਹਦੇ ਵਿੱਚ ਬਾਬਾ ਬਿਧੀ ਚੰਦ ਨੇ ਗਹਿਣੇ ਛਪਾਏ ਸੀਗੇ ਜਦੋਂ ਮਗਰ ਫੌਜਾਂ ਲੱਗੀਆਂ ਸੀ, ਆਪ ਲੋਕ ਕੇ ਬੈਠੇ ਸੀਗੇ। ਉਹ ਪੱਠਾ ਜਾਣੀ ਕਿ ਹੈਗਾ ਆ। ਤੇ ਉਹ ਗੁਰਦੁਆਰਾ ਬਾਬਾ ਬਿਧੀ ਚੰਦ ਦਾ ਵੀ ਉੱਥੇ ਹੈਗਾ। ਪਰ ਮਾਤਾ ਭਾਗ ਕੌਰ ਦਾ ਵੀ ਗੁਰਦੁਆਰਾ ਨਿਸ਼ਾਨ ਸਾਹਿਬ ਵੀ ਹੈਗਾ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਵੀ ਹੈਗਾ, ਪਰ ਘਰ ਦੇ ਉੱਤੇ ਹੀ ਆ। ਹਾਂਜੀ, ਘਰ ਦੇ ਉੱਤੇ ਆ। ਘਰ ਦੇ ਉੱਤੇ ਉਹਨਾਂ ਨੇ ਉਦਾਂ ਬਣਾਇਆ। ਚੰਗਾ ਸਰਦਾ ਪੁੱਜਦਾ ਪਰਿਵਾਰ ਆ। ਮਾਤਾ ਹਰਬੰਸ ਕੌਰ ਇਸ ਪਰਿਵਾਰ ਦੀ ਵੱਡਕੀ ਸੀਗੀ। ਉਹ ਜਦੋਂ ਅੱਜ ਤੋਂ 30-40 ਸਾਲ ਪਹਿਲਾਂ, ਕਿਤੇ 30 ਸਾਲ ਪਹਿਲਾਂ ਚੱਲ ਵਸੀ ਆ, ਉਦੋਂ ਉਹ ਕਹਿ ਕੇ ਗਈ ਸੀ ਵੀ ਇਹ ਨਿਸ਼ਾਨ ਸਾਹਿਬ ਨਾਲ ਲਾਇਆ। ਸਾਡੇ ਖਾਨਦਾਨ ਵਿੱਚ ਚੱਲਦਾ ਆ ਰਿਹਾ ਵੀ ਜਿੱਦਾਂ ਮਰਜ਼ੀ, ਹੁਣ ਘਰਾਂ ਦੇ ਮੁੱਲ ਵੱਧ ਗਏ ਆ, ਹਾਂਜੀ, ਹਾਂਜੀ। ਸਾਰਾ ਕੁਝ ਲੋਕੀ ਜਾਇਦਾਦਾਂ ਦੇ ਹੋ ਗਿਆ, ਪਰ ਤੁਸੀਂ ਇੱਦਾਂ ਕਰਿਓ ਵੀ ਗੁਰੂ ਦੀ ਬਖਸ਼ਿਸ਼ ਬਣੀ ਰਹੂਗੀ, ਸਾਡੇ ਪਰਿਵਾਰ ਤੇ ਸ਼ਹੀਦਾਂ ਦੀ ਬਖਸ਼ਿਸ਼ ਬਣੀ ਰਹੂਗੀ, ਤਾਂ ਬਣੀ ਰਹੂਗੀ ਨਿਸ਼ਾਨ ਸਾਹਿਬ ਨਾਲ ਲਾਓ। ਤੇ ਮੈਂ ਉੱਥੇ ਜਾ ਕੇ ਬੈਠ, ਗਰਮੀਆਂ ਦੇ ਦਿਨਾਂ 'ਚ ਅਸੀਂ ਗਏ ਸੀਗੇ, ਜਦੋਂ ਮੈਂ ਉੱਥੇ ਜਾ ਕੇ ਬੈਠ ਕੇ ਦੇਖਿਆ, ਚੁਬਾਰਾ ਚੜ੍ਹੇ ਅਸੀਂ। ਗੁਰੂ ਗ੍ਰੰਥ ਸਾਹਿਬ ਸੀਗਾ ਜੀ, ਗ੍ਰੰਥੀ ਹਰੀ ਸੀ ਦੁਪਹਿਰਾਂ ਵੇਲੇ, ਇੱਕ ਪੱਖਾ ਚੱਲਦਾ ਸੀਗਾ। ਠੀਕ। ਪਰ ਅਸੀਂ ਏਸੀ ਕਾਰ ਚੋਂ ਨਿਕਲ ਕੇ ਗਏ ਤੇ ਏਸੀ ਕਾਰ ਚੋਂ ਇੰਨੀ ਗਰਮੀ ਜ਼ਿਆਦਾ ਸੀਗੀ ਜੀ ਜੀ ਕਿ ਉੱਥੇ ਤੱਕ ਜਾਂਦੇ ਸਾਡੇ ਪਸੀਨੇ ਜਾਨੀ ਕਿ ਵਗਣ ਲੱਗ ਪਏ ਜਿੱਦਾਂ। ਪਰ ਜਦੋਂ ਅਸੀਂ ਉਹਦੇ ਅੰਦਰ ਵੜ ਗਏ ਆ, ਹਾਂਜੀ, ਕਮਰੇ ਦੇ, ਜੀ, ਉੱਥੇ ਇੰਨੀ ਸੀਤਲਤਾ ਆ, ਬਿਨਾਂ ਏਸੀ ਤੋਂ, ਬਿਨਾਂ ਕਿਸੇ ਗੱਲ ਤੋਂ ਇੰਨੀ ਸੀਤਲਤਾ ਸੀਗੀ ਤੇ ਇੰਨਾ ਆਨੰਦ ਸੀਗਾ, ਇੰਨਾ ਇਕਾਂਤ ਸੀਗਾ, ਲੱਗਦਾ ਸੀ ਇੱਥੇ ਆਪ ਹੀ ਗੁਰੂ ਦੇ ਕੋਲ ਬਖਸ਼ਿਸ਼ਾਂ ਮਾਰ ਰਹੀਆਂ ਹੈਗੀਆਂ। ਥਾਵਾਂ ਬੋਲ ਕੇ ਵੀ ਦੱਸ ਦਿੰਦੀਆਂ ਕਿ ਥਾਂ ਬੋਲ ਕੇ ਦੱਸਦੀ ਸੀ ਕਿ ਇੱਥੇ ਜਪ ਕੀਤਾ ਗਿਆ, ਥਾਂ ਬੋਲ ਕੇ ਦੱਸਦੀ ਸੀ ਕਿ ਇਹ ਥਾਂ ਜਿਹੜੀ ਗੁਰੂ ਦੇ ਪਹਿਰੇ ਦੇ ਅੰਦਰ ਹੈ, ਥਾਂ ਬੋਲ ਕੇ ਦੱਸਦੀ ਸੀ ਕਿ ਇਹ ਥਾਂ ਬਖਸ਼ਿਸ਼ਾਂ ਵਾਲੀ ਆ। ਮੈਂ ਆਪ ਉੱਥੇ ਬੈਠ ਕੇ ਦੇਖਿਆ ਤੇ ਮੈਂ ਅੱਜ ਪ੍ਰੋਗਰਾਮ ਰਾਹੀਂ ਖਾਸ ਗੱਲ ਕਰਦਿਆਂ ਹੋ ਗਈ ਗਿਣਮਿਤ ਕਿ ਨਹੀਂ ਗੱਲ ਕਿ ਕੋਈ ਸੰਤ ਮਹਾਂਪੁਰਸ਼ ਸੁਣਦਾ ਹੋਵੇ, ਕੋਈ ਗੁਰਸਿੱਖ ਸੁਣਦੇ ਹੋਣ, ਤੇ ਉਹ ਸਥਾਨ ਨੂੰ ਪੰਥਕ ਦਾਇਰੇ ਅੰਦਰ ਲਿਆ ਕੇ ਮਾਤਾ ਭਾਗ ਕੌਰ ਦਾ ਸਥਾਨ ਬਣਨਾ ਚਾਹੀਦਾ। ਐਡੀ ਵੱਡੀ ਉਸ ਪਰਿਵਾਰ ਦੀ ਸ਼ਹਾਦਤ ਹੈ। 7 ਜੀ ਸ਼ਹੀਦ ਹੈ ਇੱਕ ਜੰਗ ਦੇ ਵਿੱਚ, ਕਈਆਂ ਪੀੜ੍ਹੀਆਂ ਦੇ ਗੁਰੂ ਨਾਲ ਜੁੜੇ ਹੋਏ ਸੀ। ਸਥਾਨ ਨਹੀਂ ਪੱਟੀ 'ਚ ਉਹਨਾਂ ਦਾ ਬਣਿਆ, ਪਰਿਵਾਰ ਦੇ ਸਾਹਮਣੇ ਉਹ ਬਣਨਾ ਚਾਹੀਦਾ ਆ। ਔਰ ਪਰਿਵਾਰ ਜਿਹੜਾ ਉਹ ਥਾਂ ਵੀ ਦੇ ਦੂਗਾ, ਮੈਂ ਜਿੱਥੇ ਤੱਕ ਮਿਲ ਕੇ ਆਇਆ ਜੀ ਜੀ, ਔਰ ਉਹ ਪੱਲੇ ਹੋਏ ਕੁਛ ਦੇਣਗੇ ਵੀ ਨਾਲ। ਠੀਕ, ਤੇ ਪਰਿਵਾਰ ਸਮਰੱਥ ਹੈ ਇਸ ਗੱਲੋਂ। ਤੇ ਗੁਰੂ ਦੀਆਂ ਬਖਸ਼ਿਸ਼ਾਂ ਜੇ ਕੋਈ ਲੈ ਸਕਦਾ ਲੈ ਲੈਣੀਆਂ ਚਾਹੀਦੀਆਂ ਨਹੀਂ। ਪਰ ਜਿੱਦਾਂ ਤੁਸੀਂ ਦੱਸ ਰਹੇ ਹੋ, ਉਹਦੇ ਆਲੇ ਦੁਆਲੇ ਬਿਲਡਅਪ ਕੀਤਾ ਜਾ ਸਕਦਾ ਹੈ ਜਾਂ ਨਹੀਂ, ਉਹ ਕਰ ਕੀਤਾ ਜਾ ਸਕਦਾ, ਜਾਂਦਾ ਹੈਗਾ, ਘਰ ਹੀ ਉਹਨਾਂ ਕੋਲ ਹੈਗਾ ਵੀ ਬਣ ਸਕਦਾ ਹੈ, ਹੋ ਸਕਦਾ ਬਿਲਡਅਪ। ਜਦੋਂ ਬਿਲਡਅਪ ਕਰਨ ਲਈ ਕੋਈ ਸਮਰੱਥ ਸੰਸਥਾ ਹੋ ਜਾਏ ਤੇ ਥਾਵਾਂ ਦੀ ਕਮੀ ਨਹੀਂ ਦਿੰਦੀ ਹੁੰਦੀ, ਹੋ ਸਕਦਾ ਸਾਰਾ ਕੁਝ ਹੋ ਸਕਦਾ। ਪਰ ਓਰੀਜਨੈਲਿਟੀ ਵੀ ਜਿਹੜੀ ਉਹਦੀ ਉਹ ਜਾਣੀ ਨਹੀਂ ਚਾਹੀਦੀ। ਓਰੀਜਨੈਲਿਟੀ ਹੈਗੀ ਆ ਜੀ ਜੀ ਜੀ। ਚਲੋ ਉਦੋਂ ਦਾ ਤਾਂ ਨਹੀਂ ਹੋਊਗਾ, ਇੰਨੇ 100 ਸਾਲ ਪੁਰਾਣਾ ਨਹੀਂ ਹੋਊਗਾ, ਪਰ ਹਵੇਲੀ ਬਣੀ ਹੋਈ, ਘਰ ਬਣਿਆ ਹੋਇਆ ਬਹੁਤ ਵਧੀਆ ਹੈਗਾ ਆ। ਚੁਬਾਰਾ ਵੀ ਉਹਨਾਂ ਨੇ ਬਣਾ ਕੇ ਰੱਖਿਆ ਹੈ, ਯਾਦ ਸਾਂਭੀ ਹੋਈ। ਮੇਰੇ ਕਹਿਣ ਦਾ ਮਤਲਬ ਮਾਤਾ ਭਾਗੋ ਦਾ ਅਸਥਾਨ ਲਿਖ ਕੇ ਉੱਤੇ ਸਾਂਭਿਆ ਹੋਇਆ। ਠੀਕ ਹੈ। ਖੈਰ ਗੱਲ ਲੰਬੀ ਹੋ ਗਈ, ਮੇਰਾ ਮਕਸਦ ਨਹੀਂ, ਪਰ ਇਹ ਗੱਲ ਕਰਨੀ ਬਹੁਤ ਜ਼ਰੂਰੀ ਸੀ ਕਿ ਜੇ ਸਾਂਭਿਆ ਜਾ ਸਕਦਾ ਸਾਂਭਣਾ ਚਾਹੀਦਾ। ਅਸੀਂ ਹੋਰ ਵੀ ਬੰਦੇ ਦਾ ਕਾਰ ਸੇਵਾ ਕਰਦੇ ਆ, ਸਾਡਾ ਔਰ ਕੌਮ ਦੀ ਏਡੀ ਵੱਡੀ ਔਰਤ ਹੋਵੇ, ਏਡੀ ਵੱਡੀ ਗੱਲ ਹੋਵੇ ਤੇ ਉਹਦਾ ਅਸਥਾਨ ਨਾ ਸਾਂਭਿਆ ਜਾਵੇ, ਸਾਂਭਣਾ ਚਾਹੀਦਾ ਤੌਰ ਦੇ ਉੱਤੇ। ਖੈਰ ਜਦੋਂ ਹੁਣ ਮਾਤਾ ਭਾਗ ਕੌਰ ਨੇ ਸਾਰਾ ਕੁਝ ਦੱਸਣਾ ਸ਼ੁਰੂ ਕੀਤਾ, ਹਾਂਜੀ, ਦੱਸਿਆ 7 ਜੀ ਸ਼ਹੀਦ ਹੋਇਆ ਤੇ ਹੁਣ ਗੁਰੂ ਸਾਹਿਬ ਨੇ ਸਾਰੀ ਗਾਥਾ ਸੁਣੀ ਆ ਜੀ ਜੀ। ਸਾਰੀ ਗਾਥਾ ਸੁਣ ਕੇ ਤੇ ਸਤਿਗੁਰੂ ਨੇ ਆਖਿਆ, ਬੀਬੀ ਦੱਸ ਤੇਰੇ ਮਨ ਦੀ ਮਨਸ਼ਾ ਕੀ ਆ। ਹੁਣ 7 ਜੀ ਤੇਰੇ ਘਰ ਦੇ ਗਏ ਆ, ਹਾਂਜੀ, ਉਹਨਾਂ ਦਾ ਮੁੱਲ ਤਾਂ ਨਹੀਂ ਮੋੜਿਆ ਜਾ ਸਕਦਾ। ਐਡੀਆਂ ਵੱਡੀ ਸ਼ਹੀਦਾਂ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ। ਨਹੀਂ ਨਹੀਂ ਨਹੀਂ, ਸ਼ਹੀਦਾਂ ਦਾ ਮੁੱਲ ਤਾਂ ਗੁਰੂ ਕਹਿੰਦਾ ਮੈਂ ਵੀ ਨਹੀਂ ਮੋੜ ਸਕਦਾ। ਹਾਂਜੀ, ਸਿਖਰ ਦੀ ਗੱਲ ਹੈ, ਸਿਖਰ ਦੀ ਗੱਲ ਹੈ। ਤੁਸੀਂ ਵੱਡੀ ਤੋਂ ਵੱਡੀ ਭਗਤੀ ਕਰੋ, ਉਹਦਾ ਮੁੱਲ ਮੋੜਿਆ ਜਾ ਸਕਦਾ ਆ ਜੀ ਜੀ ਜੀ, ਪਰ ਸ਼ਹਾਦਤ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ। ਤੁਸੀਂ ਬ੍ਰਹਮ ਗਿਆਨਤਾ ਵੀ ਭਗਤੀ ਕਰਦਾ ਲੈ ਲਓ, ਉਹਦਾ ਮੁੱਲ ਵੀ ਕਿਤੇ ਮੋੜਿਆ ਜਾ ਸਕਦਾ ਆ, ਪਰ ਸ਼ਹਾਦਤ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ। ਇਹ ਗੁਰੂ ਦੀਆਂ ਬਖਸ਼ੀਆਂ ਸ਼ਹੀਦਾਂ ਦੇ ਉੱਤੇ ਵੱਖਰੀ ਤਰ੍ਹਾਂ ਦੀਆਂ। ਸੋ ਸਤਿਗੁਰੂ ਨੇ ਆਖਿਆ, ਬਈ ਬੀਬੀ ਦੱਸ ਕੀ ਤੇਰੇ ਮਨ ਦੀ ਮਨਸ਼ਾ ਕੀ ਆ। ਹਾਂਜੀ, ਉਹ ਕਹਿੰਦੀ, ਸਤਿਗੁਰੂ ਜੀ ਮਨਸ਼ਾ ਤਾਂ ਕਦੀ ਪਹਿਲਾਂ ਵੀ ਨਹੀਂ ਰਹੀ, ਅਚੇਤ ਹੀ ਇੰਨਾ ਕੁਝ ਦਿੱਤਾ ਤੁਸੀਂ ਜੀ। ਘਰ ਪਰਿਵਾਰ ਚ, ਬੇਕੇ ਪਰਿਵਾਰ ਚ ਹੀ ਲਹਿਣਾ ਬਹਿਣਾ ਸੀਗੀਆਂ, ਸਾਰੇ ਪਰਿਵਾਰ ਚ ਹੀ ਲਹਿਣਾ ਬਹਿਣਾ ਸੀਗੀਆਂ, ਬੜੀਆਂ ਬਖਸ਼ਿਸ਼ਾਂ ਦਿੱਤੀਆਂ, ਸਬਰ ਸਿਦਕ ਵੀ ਦਿੱਤਾ,
ਹਾਂਜੀ ਸਬਰ ਸਿਦਕ ਤੋਂ ਬਿਨਾਂ ਕਿਤੇ ਪਤੀ ਨੂੰ ਲੈ ਕੇ ਭਰਾਵਾਂ ਨੂੰ ਲੈ ਕੇ ਬੰਦਾ ਨੇ ਜੰਗਲ ਤੁਰਿਆ ਨਹੀਂ ਜਾ ਸਕਦਾ। ਜੀ 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 ਤੁਰੀ ਹੂੰ ਗੁਰੂ ਦਾ ਪਿਆਰ ਵੀ ਦਿੱਤਾ ਗੁਰੂ ਨੇ। ਹੂੰ ਕਹਿੰਦੀ ਹੁਣ ਤਾਂ ਬਾਕੀ ਜਿਹੜਾ ਨਾ ਦੁਨੀਆ ਦੀ ਸੀਗੀ, ਜਾਨੀ ਭਰਾ ਵੀ ਸ਼ਹੀਦ ਹੋ ਗਿਆ, ਪਤੀ ਵੀ, ਦਿਓਰ ਵੀ ਸ਼ਹੀਦ ਹੋ ਗਿਆ। ਸਹੁਰਾ ਜੀ ਦੀ ਸੇਵਾ ਕਰਨ ਦਾ ਪਤਾ ਪਹਿਲਾਂ ਚੱਲ ਵਸਿਆ ਸੀ, ਸਹੁਰਾ ਜੀ ਦੀ ਸੇਵਾ ਕਰਨ ਦਾ ਸੁਭਾਗ ਲੈਣਾ ਸੀਗਾ, ਉਹ ਵੀ ਪਹਿਲਾਂ ਚੱਲ ਵਸਿਆ। ਪਿਓਰ ਦਾ ਸਹੁਰਾ ਸੀ ਭਾਈ ਦੇਸ ਦਾ ਜੀ, ਬੜਾ ਅੱਛਾ ਗੁਰਮੁਖ ਸੀ। ਤੇ ਹੁਣ ਤੱਕ ਇਹਦੀ ਮਨਸ਼ਾ ਹੀ ਕੋਈ ਨਹੀਂ ਰਹੀ, ਪਰਿਵਾਰ ਦੀ ਖਿੱਚ ਵੀ ਨਹੀਂ ਰਹੀ। ਹੁਣ ਤਾਂ ਇੱਕੋ ਹੀ ਗੱਲ ਰਹਿ ਗਈ ਆ ਬਈ ਗੁਰੂ ਦੇ ਚਰਨਾਂ ਦੇ ਵਿੱਚ ਬਸ ਟਿਕਿਆ ਰਹੇ ਮਨ। ਜੀ ਇੱਥੇ ਤੇ ਉੱਥੇ ਗੁਰੂ ਦੇ ਚਰਨ ਮਿਲ ਜਾਣ, ਬਸ ਹੋਰ ਕੁਝ ਨਹੀਂ ਚਾਹੀਦਾ। ਮਾਤਾ ਭਾਗਵਤ ਨੇ ਗੱਲ ਕੀਤੀ। ਹਾਂਜੀ ਸਤਿਗੁਰੂ ਦਿਆਲੂ ਹੋਏ। ਸਤਿਗੁਰੂ ਨੇ ਕਿਹਾ ਇੱਥੇ ਤੇ ਉੱਥੇ ਜੋ ਗੁਰੂ ਦਾ ਉਹ ਤੇਰਾ। ਕੋਈ ਸਤਿਗੁਰ ਨੇ ਆਪਣੇ ਸਿੱਖ ਤੋਂ ਕਦੀ ਕਿਸੇ ਚੀਜ਼ ਨੂੰ ਕੋ ਰੱਖਿਆ ਹੀ ਨਹੀਂ, ਲੁਕਾਇਆ ਹੀ ਨਹੀਂ। ਜੋ ਸਤਿਗੁਰ ਦਾ ਉਹ ਤੇਰਾ। ਹਾਂਜੀ ਇੱਥੇ ਤੇ ਉੱਥੇ ਦੋਨੇ ਥਾਂ ਜੀ। ਤੇ ਨਾਲ ਸਤਿਗੁਰ ਨੇ ਆਖਿਆ ਕਿ ਭਾਗੋ ਤੂੰ ਗੁਰੂ ਨਾਲੋਂ ਟੁੱਟਿਆਂ ਨੂੰ ਪ੍ਰੇਰ ਕੇ ਗੁਰਬਾਣੀ ਨਾਲ ਜੋੜ ਕੇ ਦੁਬਾਰਾ ਗੁਰੂ ਨਾਲ ਜੋੜਿਆ। ਹਾਂਜੀ ਹਾਂਜੀ ਜਾਨਾਂ ਬਚਾ ਕੇ ਤੁਰ ਗਿਆ ਸੀ ਅਨੰਦਪੁਰ ਤੋਂ। ਜੀ 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 ਤੇ ਤੂੰ ਦੁਬਾਰਾ ਪ੍ਰੇਰ ਕੇ ਉਹਨਾਂ ਨੂੰ ਸ਼ਹਾਦਤ ਰਸਤੇ ਟੁੱਟਿਆ ਹੋਣ ਨੂੰ ਜੋੜ ਦਿੱਤਾ। ਟੁੱਟੀ ਗੰਢੀ ਆ ਜੀ, ਇਹ ਟੁੱਟੀ ਮਾਤਾ ਹੀ ਗੰਢ ਸਕਦੀ ਹੁੰਦੀ ਆ ਜੀ। ਮਾਤਾ ਦਾ ਦਰਜਾ ਸਭ ਤੋਂ ਵੱਡਾ ਆ। ਮਾਤਾ ਹੀ ਇਦਾਂ ਪੁੱਤਰਾਂ ਨੂੰ, ਬੱਚਿਆਂ ਨੂੰ ਸਮਝਾਉਂਦੀ ਹੁੰਦੀ ਹੈ ਜਿੱਦਾਂ ਤੂੰ ਸਮਝਾਇਆ। ਤੇਰਾ ਦਰਜਾ ਮਾਤਾ ਵਾਲਾ ਤੇ ਤੂੰ ਮਾਤਾ ਵਾਲਾ ਕੰਮ ਕੀਤਾ ਆ ਜੀ। ਤੇ ਅੱਜ ਤੋਂ ਬਾਅਦ ਪੰਥ ਤੈਨੂੰ ਜਦੋਂ ਯਾਦ ਕਰੂ ਮਾਤਾ ਕਹਿ ਕੇ ਕਰੂਗਾ। ਜੀ ਸੋ ਸ਼ਬਦ ਨਾਲ ਜੁੜ ਗਿਆ ਮਾਈ ਭਾਗੋ ਦੇ ਮਾਤਾ ਭਾਗ ਕੌਰ। ਤੇ ਸਿੱਖ ਵੀ ਜੇ ਕਿਤੇ ਵੱਡੀ ਉਮਰ ਦਾ ਵੀ ਸੰਬੋਧਨ ਹੁੰਦਾ ਤੇ ਮਾਤਾ ਭਾਗ ਕੌਰ ਕਹਿੰਦਾ ਫਿਰ ਜੀ। ਬਿਰਤੀ ਸਤਿਗੁਰੂ ਦੇ ਵਰਦਾਨ ਹੈ। ਹੁਣ ਬਿਰਤੀ ਜਿਹੜੀ ਆ ਵਿਹੰਗਮ ਹੋ ਗਈ ਆ ਸਾਰੀ ਮਾਤਾ ਭਾਗ ਕੌਰ ਜੀ ਦੀ। ਔਰ ਸਤਿਗੁਰੂ ਨੇ ਇਹਨੂੰ ਆਗਿਆ ਦੇ ਦਿੱਤੀ ਉਹਦੀ ਕੁਰਬਾਨੀ ਦੇਖ ਕੇ। ਜੀ ਸਤਿਗੁਰੂ ਦੇ ਦਲ ਦੇ ਵਿੱਚ ਆਮ ਤੌਰ ਤੇ ਬਹੁਤੀਆਂ ਔਰਤਾਂ ਨਹੀਂ ਰਹੀਆਂ। ਹਾਂਜੀ ਪਰ ਸਤਿਗੁਰੂ ਦਾ ਆਪਣਾ ਪਰਿਵਾਰ ਪਹਿਲਾਂ ਰਹਿੰਦਾ ਰਿਹਾ। ਜੀ ਮਾਤਾ ਗੁਜਰੀ ਜੀ ਰਹਿੰਦੇ ਰਹੇ। ਹਾਂਜੀ। ਔਰ ਆਲਮ ਸਿੰਘ ਨੱਚਦਾਂ ਦੀ ਜਿਹੜੀ ਸਿੰਘਣੀ ਸੀਗੀ ਬੀਬੀ ਭਿੱਖਾ ਕੌਰ, ਬੀਬੀ ਭਿੱਖਾ ਸਿੰਘ ਵੀ ਉਹਦਾ ਨੇ ਕਿਹਾ ਆ, ਜਿਹੜੀ ਸਰਸਾ ਕੰਢੀ ਸ਼ਹੀਦ ਹੋਈ ਆ, ਉਹ ਵੀ ਰਹਿੰਦੀ ਹੁੰਦੀ ਸੀ। ਹੁਣ ਬੀਬੀ ਭਿੱਖਾ ਸਿੰਘ ਸਰਸਾ ਕੰਢੀ ਸ਼ਹੀਦ ਹੋ ਗਈ, ਉਦੋਂ ਲੈ ਕੇ ਸਾਰੇ ਵਿਖੜੇ ਸਮੇਂ 'ਚ ਇੱਕ ਵੀ ਔਰਤ ਸਤਿਗੁਰੂ ਦੇ ਦਲ 'ਚ ਨਹੀਂ। ਜੀ। ਇਹ ਮਾਤਾ ਭਾਗ ਕੌਰ ਨੂੰ ਸਤਿਗੁਰੂ ਨੇ ਆਗਿਆ ਦੇ ਦਿੱਤੀ, ਮੈਂ ਗੁਰੂ ਦੇ ਚਰਨਾਂ 'ਚ ਰਹਿਣਾ, ਤੂੰ ਰਹਿ ਸਕਦੀ ਆ। ਜੀ ਜੀ। ਤੇ ਇਹ ਫਿਰ ਇੱਥੋਂ ਲੈ ਕੇ ਹਾਂਜੀ ਖਦਰਾਣੇ ਦੀ ਢਾਬ ਤੋਂ ਲੈ ਕੇ ਹਜੂਰ ਸਾਹਿਬ ਤੱਕ ਜੀ ਸਤਿਗੁਰੂ ਗਿਆ। ਹਜੂਰ ਸਾਹਿਬ ਤੱਕ ਸਤਿਗੁਰੂ ਦੇ ਜੋਤੀ ਜੋ ਸਮਾਉਣ ਤੱਕ ਇਹ ਹਜੂਰ ਸਾਹਿਬ ਰਹੀ ਆ। ਠੀਕ। ਸਤਿਗੁਰੂ ਜੋਤੀ ਜੋ ਸਮਾ ਗਿਆ ਤਾਂ ਵੀ ਉੱਥੇ ਰਹੀ ਆ। ਜੀ। ਤੇ ਬਾਅਦ ਚ ਕਾਲਾ ਚਲਾਣਾ ਵੀ ਇਹਨੇ ਉੱਥੇ ਕੀਤਾ। ਤੇ ਜੇ ਕਿਤੇ ਹਜੂਰ ਸਾਹਿਬ ਦਰਸ਼ਨ ਕਰਨ ਜਾਈਏ ਗੁਰਦੁਆਰਿਆਂ ਦੇ ਤੇ ਜਾਣਾ ਚਾਹੀਦਾ। ਮਾਤਾ ਭਾਗ ਕੌਰ ਦਾ ਬੁੰਗਾ ਵੀ ਉੱਥੇ ਮਿਲਦਾ ਆ। ਮਾਤਾ ਭਾਗ ਕੌਰ ਦਾ ਆਪਣਾ ਬੁੰਗਾ ਸੀਗਾ, ਬੁੰਗਾ ਛੋਟਾ ਜਿਹਾ ਕਿਲਾ ਹੁੰਦਾ। ਮਾਤਾ ਭਾਗ ਕੌਰ ਦਾ ਬੁੰਗਾ ਵੀ ਹਜੂਰ ਸਾਹਿਬ ਨੰਦੇੜ ਦੇ ਵਿੱਚ ਮਿਲਦਾ ਹੈ। ਸੋ ਯਾਦਗਾਰ ਉੱਥੇ ਵੀ ਹੈਗੀ ਆ। ਔਰ ਯਾਦਗਾਰ ਬਦਾਵੇ ਵਾਲਾ ਗੁਰਦੁਆਰਾ ਜਿਹੜਾ ਆ ਰਾਮਿਆਣਾ ਦਾ, ਉੱਥੇ ਵੀ ਹੈਗੀ ਆ ਯਾਦਗਾਰ। ਇੱਕ ਤਰ੍ਹਾਂ ਦੀ ਬੀਬੀ ਭਾਗ ਕੌਰ ਦੀ ਖਦਾਨ ਮੁਕਤਸਰ ਦੇ ਵਿੱਚ ਵੀ ਹੈਗੀ ਆ, ਜਿੱਥੇ ਭਰਾਵਾਂ ਦਾ ਤੇ ਪਤੀਆਂ ਦਾ ਸ਼ਹੀਦਗਾਹ ਗੁਰਦੁਆਰਾ ਬਣਿਆ ਆ। ਹਾਂਜੀ। ਮਾਤਾ ਭਾਗ ਕੌਰ ਦਾ ਬਕਾਇਦਾ ਨਾਂ ਉੱਥੇ ਆਉਂਦਾ ਆ। ਸੋ 7 ਜੀ ਇਸ ਘਰ ਦੇ ਸ਼ਹੀਦ ਹੋਏ ਆ। ਹਾਂਜੀ। ਇੱਥੇ ਇੱਕ ਗੱਲ ਮੈਂ ਥੋੜੀ ਜਿਹੀ ਟਿਕਾ ਚਾ ਕੇ ਕਹਿਣਾ ਚਾਹੁੰਦਾ ਕਿ ਜਿਸ ਕੌਮ ਦੀ ਔਰਤ ਬਲਵਾਨ ਆ ਜੀ, ਉਹੀ ਕੌਮ ਮਹਾਨ ਆ। ਜਿਹੜੀਆਂ ਕੌਮਾਂ ਆਪਣੀਆਂ ਔਰਤਾਂ ਨੂੰ ਦਬਾ ਕੇ ਰੱਖਦੀਆਂ, ਜਿਹੜੇ ਪਰਿਵਾਰ ਆਪਣੀਆਂ ਔਰਤਾਂ ਨੂੰ ਦਬਾ ਕੇ ਰੱਖਦੇ ਆ, ਉਹ ਪਰਿਵਾਰ ਕੋਈ ਬਹੁਤ ਵੱਡੀ ਤਰੱਕੀ ਨਹੀਂ ਕਰ ਸਕਦੇ। ਗਿਣਤੀਆਂ ਵੱਧ ਜਾਣ ਭਾਵੇਂ, ਕਈਆਂ ਕੌਮਾਂ ਦੀਆਂ, ਕਈਆਂ ਮਜ਼ਹਬਾਂ ਦੀਆਂ, ਕਈ ਧਰਮਾਂ ਦੀਆਂ ਗਿਣਤੀਆਂ ਵੱਧ ਗਈਆਂ ਔਰਤ ਨੂੰ ਦਬਾਉਂਦੇ, ਪਰ ਉਹਨਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਨਹੀਂ ਕੀਤੀਆਂ। ਜੇ ਔਰਤ ਬਲਵਾਨ ਆ ਤੇ ਔਰਤ ਕਦੇ ਜੁੜੀ ਹੋਈ ਆ ਸਿੱਖੀ ਨਾਲ, ਹਾਂਜੀ, ਤੇ ਫਿਰ ਉਹ ਭਰਾ ਕਿਤੇ ਸਿੱਖੀ ਨਾਲ ਟੁੱਟਣ ਲੱਗਾ, ਭਰਾ ਨੂੰ ਪ੍ਰੇਰ ਲਊਗੀ। ਕਿਤੇ ਪਤੀ ਟੁੱਟਣ ਲੱਗਾ, ਪਤੀ ਨੂੰ ਜੋੜ ਲਊਗੀ। ਕਿਤੇ ਪੁੱਤਰ ਟੁੱਟਣ ਲੱਗਾ, ਪੁੱਤਰ ਨੂੰ ਜੋੜ ਲਊਗੀ। ਪਰ ਜੇ ਔਰਤ ਹੀ ਕਿਤੇ ਬਚਪਨ ਤੋਂ ਹੀ ਬੱਚੇ ਦਾ ਵੀ ਮੈਨੂੰ ਜੁੜਾ ਕਰਨਾ ਪੈਣਾ, ਬੱਚੇ ਦੇ ਵਾਲ ਕੱਟਣੇ ਸ਼ੁਰੂ ਕਰ ਦਿੰਦੀ, ਤੇ ਨਾ ਬੱਚੇ ਨੂੰ ਸਿੱਖੀ ਨਾਲ ਜੋੜ ਨਹੀਂ ਸਕਣਾ। ਜੇ ਔਰਤ ਆਪ ਹੀ ਨਹੀਂ ਜੁੜੀ ਹੋਈ, ਕਿੱਦਾਂ ਬੱਚੇ ਨੂੰ ਜੋੜੂਗੀ? ਸੋ ਇਸ ਗੱਲ ਵੱਲੇ ਮੈਂ ਅੱਜ ਦੇ ਸਮੇਂ ਦੇ ਵਿੱਚ ਆਪਣੀਆਂ ਭੈਣਾਂ ਨੂੰ, ਬੀਬੀਆਂ ਨੂੰ, ਮਾਈਆਂ ਨੂੰ, ਭੈਣਾਂ ਨੂੰ, ਧੀਆਂ ਨੂੰ, ਪੁੱਤਰਾਂ ਨੂੰ, ਸਾਰਿਆਂ ਨੂੰ ਕਹਿਣਾ ਚਾਹੁੰਦਾ ਜੀ, ਦੋਨੋਂ ਧੀਆਂ ਦੇ ਫਰਜ਼ ਵੱਡੇ ਬਣਦੇ ਆ। ਸਾਡੀਆਂ ਧੀਆਂ ਅੱਜ ਸਿੱਖੀ ਨਾਲ ਟੁੱਟਦੀਆਂ ਜਾ ਰਹੀਆਂ, ਇਤਿਹਾਸ ਨਹੀਂ ਪੜ੍ਹਦੀਆਂ, ਗੁਰੂ ਨਾਲ ਨਹੀਂ ਜੁੜਦੀਆਂ,
ਨਹੀਂ ਜੁੜਦੀਆਂ ਤੇ ਇਸੇ ਕਰਕੇ ਭਰਾ ਵੀ ਨਹੀਂ ਜੁੜਦੇ। ਜੀ ਧੀਆਂ ਜੁੜ ਜਾਣਗੀਆਂ। ਉਹ ਇੱਕ ਕਿਸੇ ਸਿਆਣੇ ਨੂੰ ਪੁੱਛਿਆ ਵੀ ਕਿਸੇ ਕੌਮ ਦੇ ਵਿੱਚ ਕਿਸੇ ਬੱਚੇ ਦੀ ਨਾ ਜੇ ਕਦੇ ਕਿੱਦਾਂ ਸਿੱਖੀ ਨਾਲ ਜੋੜਿਆ ਜਾ ਸਕਦਾ, ਬੱਚੇ ਨੂੰ ਕਿੱਦਾਂ ਜੋੜ ਕੇ ਰੱਖਿਆ ਜਾ ਸਕਦਾ। ਕਹਿੰਦਾ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ। ਕਹਿੰਦੇ 20 ਸਾਲ ਪਹਿਲਾਂ ਕਿਉਂ? ਕਹਿੰਦੇ ਜਿਹੜੀ ਮਾਤਾ ਜਿਹੜੀ ਕੁੱਖ 'ਚ ਬੱਚਾ ਆਉਣਾ ਨਾ, ਜੀ 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 ਉਹ ਮਾਤਾ ਜੇ ਸਿੱਖੀ ਨਾਲ ਜੁੜੀ ਹੋਊਗੀ ਤੇ ਬੱਚਾ ਆਪੇ ਜੁੜਿਆ ਹੋਇਆ ਹੋਊਗਾ। ਮੇਰੇ ਖਿਆਲ ਬਿਲਕੁਲ, ਹਾਂਜੀ। ਸਮਾਂ ਹੋ ਗਿਆ ਆ, ਵੀਰ ਜੀ ਆਪਾਂ ਇੱਥੋਂ ਗੱਲ ਸ਼ੁਰੂ ਕਰ ਲਾਂਗੇ। ਅੱਧਾ ਕੁ ਸਵਾਲ ਰਹਿ ਗਿਆ ਤੁਹਾਡਾ। ਜੀ ਤੁਸੀਂ ਹਾਂਜੀ ਕਰ ਲਾਂਗੇ। ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਉਂਕਿ ਕਈ ਵਾਰੀ ਜਿਹੜੇ ਅੱਜ ਕੱਲ੍ਹ ਕਹਿ ਦਿੰਦੇ ਕਿ ਜ਼ਿਆਦਾ ਪੜ੍ਹੇ ਲਿਖੇ ਸਮਾਜ ਵਿੱਚ ਇਹੀ ਗੱਲ ਬੜੀ ਆਉਂਦੀ ਆ ਕਿ ਸਤਿਗੁਰੂ ਜੀ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ, ਸਤਿਗੁਰੂ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ। ਜਿੱਦਾਂ ਹੁਣ ਤੁਹਾਡੇ ਸਾਹਮਣੇ ਵੀਰ ਜੀ ਨੇ ਦੱਸਿਆ ਕਿ ਬੀਬੀ ਭਿੱਖਾ ਜੀ ਵੀ ਲੜੇ ਸੀ ਤੇ ਮਾਤਾ ਭਾਗ ਕੌਰ ਜੀ, ਕਿਸੇ ਨੂੰ ਉਹਨਾਂ ਨੇ ਮਨਾਹੀ ਨਹੀਂ ਸੀ ਦਿੱਤੀ, ਸਭ ਨੂੰ ਪਿਆਰ ਕਰਦੇ ਸੀ, ਇੱਜ਼ਤ ਕਰਦੇ ਸੀ, ਮਾਣ ਕਰਦੇ ਸੀ, ਸਾਰਿਆਂ ਦਾ ਨਾ ਕਰਦੇ ਸੀ। ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੈਗੀ ਸਿੱਖੀ ਵਿੱਚ ਸਤਿਗੁਰੂ ਸਭ ਦਾ ਸਤਿਕਾਰ ਕਰਦੇ ਨੇ। ਮਾਤਾ ਭਾਗੋ ਜੀ ਤੋਂ ਬਾਅਦ ਸਤਿਗੁਰੂ ਜੀ ਨੇ ਉਸ ਤੋਂ ਬਾਅਦ ਸਤਿਗੁਰੂ ਜੀ ਕਿਹੜੇ ਪਾਸੇ ਵੱਲ ਨੂੰ ਗਏ, ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਜਾਵੇਗਾ। ਪ੍ਰੋਗਰਾਮ ਕਰਦੇ ਹਾਂ, ਸਾਡੇ ਕੋਲ ਗਲਤੀ ਹੋ ਗਈ, ਦੋਵੇਂ ਹੱਥ ਜੋੜ ਕੇ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਹਾਂ। ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देशवा पर मोहे है, शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं।